ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਵੱਲੋਂ ਨਵੰਬਰ 1984 ਨੂੰ ਦਿੱਲੀ ਵਿੱਚ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਲਈ ਕਰਵਾਏ ਸ਼ਰਧਾਂਜਲੀ ਸਮਾਰੋਹ ਦੌਰਾਨ ਦਲ ਦੇ ਮੁਖੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਇਹ ਦੁਖਾਂਤ ਹਰ ਸਿੱਖ ਦੇ ਦਿਲ ਅੰਦਰ ਹਮੇਸ਼ਾ ਰੜਕਦਾ ਰਹੇਗਾ। 36 ਸਾਲ ਗੁਜ਼ਰ ਜਾਣ ਦੇ ਬਾਵਜੂਦ ਵੀ ਸਿੱਖਾਂ ਨੂੰ ਇਨਸਾਫ ਨਾ ਮਿਲਣਾ ਅਜੇ ਬਹੁਤ ਰੋਸ ਦਾ ਅਹਿਸਾਸ ਕਰਵਾਉਂਦਾ ਹੈ। ਦੇਸ਼ ਨੂੰ ਜਮਹੂਰੀ ਢੰਗ ਨਾਲ ਚਲਾਉਣ ਦੀ ਬਜਾਏ ਡੰਡੇ ਦੇ ਜ਼ੋਰ ਨਾਲ ਚਲਾਉਣ ਵਾਲੇ ਹਾਕਮਾਂ ਨੂੰ ਖਮਿਆਜਾ ਭੁਗਤਣਾ ਪਿਆ ਹੈ। ਇਸ ਸ਼ਰਧਾਂਜਲੀ ਸਮਾਰੋਹ ਦੌਰਾਨ ਸਾਬਕਾ ਮੀਤ ਪ੍ਰਧਾਨ ਯੂਥ ਅਕਾਲੀ ਦਲ ਅਤੇ ਸਾਬਕਾ ਕੌਂਸਲਰ ਡਿੰਪਲ ਚੱਡਾ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਮੌਕੇ ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਬੰਨੀ ਚੌਲੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਤਾਂ ਇਸ ਵੇਲੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਉਹਨਾਂ ਦਾ ਜ਼ੋਰਦਾਰ ਸਵਾਗਤ ਕਰਦਿਆਂ ਕਿਹਾ ਕਿ ਇਹਨਾਂ ਦੇ ਆਉਣ ਨਾਲ ਪੰਥਕ ਨੁਮਾਇੰਦਾ ਜਥੇਬੰਦੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਡਿੰਪਲ ਚੱਡਾ ਨੇ ਅਹਿਦ ਲਿਆ ਕਿ ਹੁਣ ਅਕਾਲੀ ਦਲ ਡੈਮੋਕ੍ਰੈਟਿਕ ਦੀ ਅਗਵਾਈ 'ਚ ਵਿਚਰਨਗੇ ਅਤੇ ਚੱਟਾਨ ਵਾਂਗ ਪਾਰਟੀ ਦੇ ਨਾਲ ਖੜਨਗੇ। ਐਸਾ ਨਾ ਸਮਝੋ ਕਿ ਇੱਕ ਬੰਦਾ ਬੜੀ ਕੈਪੈਸਿਟੀ ਰੱਖਦਾ ਜੇ ਤੇ ਜਿੱਥੇ ਖੜ ਗਏ ਹਿਲਦੇ ਨਹੀਂ ਆ, ਉੱਥੋਂ ਪੂਰਾ ਖੜ ਕੇ ਜੋਸ਼ ਨਾਲ ਉੱਥੇ ਹੀ ਖੜੇ ਰਵਾਂਗੇ। ਐ ਮੈਨੂੰ ਕਹਿੰਦੇ ਰਹਿ ਗਏ ਤੁਸੀਂ ਨਿਰਦਲੀय ਲੜੋ ਆਪਾਂ ਜਿੱਤਾਂਗੇ, ਪਰ ਕੋਈ ਨਹੀਂ। ਆਪਣਾ ਪ੍ਰਧਾਨ ਜੀ ਆਪਾਂ ਡੈਮੋਕ੍ਰੈਟਿਕ ਦੀ ਛਤਰ ਛਾਇਆ ਤੇ ਲਿਖਿਆ ਸੀ ਪਰਮਾਤਮਾ ਨੇ, ਇੱਥੋਂ ਲੜਾਂਗੇ ਰੱਖਣਗੇ। ਜ਼ੋਰਦਾਰ ਤਾਲੀਆਂ ਨਾਲ ਇਹਨਾਂ ਦਾ ਸਵਾਗਤ ਕੀਤਾ ਜਾਏ। ਜ਼ੋਰਦਾਰ ਤਾਲੀਆਂ ਈ ਬਲਾਕ ਵਾਲਿਓ और ਧਰਮਪੁਰੀ ਵਾਲਿਓ, ਤਾਲੀਆਂ ਮਾਰੋ। मेरे छोटे वीर बहुत ही पुराने साथी ने डिंपल ਚੱਡਾ जी, बनी साहब, स्टेज पर विराजमान साडे साथी साहबान, मेरे सामने बैठे बहुत ही सत्कारयोग वीरों, सब तो पहला फतेह बुलाओ। वाहिगुरू जी का खालसा, वाहिगुरू जी की फतेह। अज का दिन बड़ा बहुत ही मदभागा कह लो। अज के दिन तो 1984 में जिस तरह कतलेआम होया वो इंसानियत कदे भुल नहीं सकती। इस करके मैं अज गुरुद्वारा साहब तिलक नगर गया सी, उत्थों अखंड पाठां दे भोग शुरू कराए ने, तो इस करके मैं लेट भी हो गया, उसकी भी तो माफ़ी चाहना। लेकिन जो कुछ वापरिया उसके बारे तो मैं नहीं कहूँगा क्योंकि लंबा चौड़ा नहीं, कि उस तरह कदे उस सरकार तो ठीक है, साढ़े नाल पहला मुगलों वेले भी होया, बहुत जगह वेले होया, इतिहास है। मैं उस जिले चों हाँ जिथे बड़ा घल्लूघारा होया, 35,000 बच्चे बच्चियां और बुजुर्ग उन्होंने कतलेआम किया। लेकिन वो पुराने उन्होंने नाल लड़ाई सी साडी, कोई हर्ज नहीं, लड़ाई में साडे नुकसान कर गए। 1947 में जो वंड हुई सब तो बड़ा नुकसान पंजाबियों का होया, और असीं उजड़ के आए इत्थे, और आके ये नहीं है कि आज़ादी में साडी बहुत बड़ी देन है, जिन्नी पंजाबियों ने देन दी है कोई नहीं दे सकता। लेकिन ये सी कि मुल्क आज़ाद हो गया, तो अज तो बाद साडी इत्थे सुनवाई भी होएगी और साडा बहुत वधिया इत्थे नाल सुझाव भी होएगा। लेकिन दुख की गल है कि अपनी सरकार, अपना मुल्क, अपनी चुनी हुई सरकार जिस तरह कतलेआम किया, वो इतिहास का इन्ना माड़े पन्नियां विच, काले पन्नियां विच लिखा जाएगा, जो सारी जिंदगी जिन्ना देर ये दुनिया है वो भुल नहीं सकते। इस करके अज वो दिन है। लेकिन अज मैं बेनती करना चाहना कि मैनू क्यों असी श्रोमणी अकाली दल डैमोक्रेटिक बनाना पिया। उसका कारण है कि बादल परिवार कह लो, जिस दिन सुखबीर सिंह बादल जो का प्रधान बनया, उन्हें एक अपनी कोठरी बनाई, छोटे जे बंदे कुछ ले ले जिन्होंने पैसे सरकार वाले भी कमाए तो हुण भी पैसे कमाने लिए आए। उन्होंने श्रोमणी अकाली दल को इन्ना बदनाम किया
ਜਿਹਦਾ ਬਹੁਤ ਵੱਡਾ ਸੁਨਹਿਰੀ ਇਤਿਹਾਸ ਹੈ, ਜਿਹਨੇ ਆਜ਼ਾਦੀ ਵਿੱਚ ਵੀ, ਆਜ਼ਾਦੀ ਦੇ ਵਕਤ ਵੀ, ਆਜ਼ਾਦੀ ਤੋਂ ਪਹਿਲਾਂ ਵੀ ਗੁਰੂ ਘਰ ਆਜ਼ਾਦ ਕਰਾਉਣ ਲਈ 1920 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬੁਨਿਆਦ ਰੱਖੀ ਸੀ। 100 ਸਾਲ ਹੋ ਗਿਆ, ਹੁਣ ਵਾਲਾ 14 ਦਸੰਬਰ ਨੂੰ 100 ਸਾਲ ਹੋ ਜਾਏਗਾ। ਲੇਕਿਨ ਜੋ ਕੁਛ ਹੋ ਰਿਹਾ ਹੈ ਉਹ ਕੋਈ ਵੀ ਨਹੀਂ ਸਕਦਾ। ਅਸੀਂ ਪੰਥਕ ਏਜੰਡਾ ਅਸੀਂ ਕੀ ਕਹਿੰਦੇ ਹਾਂ? ਪੰਥਕ ਏਜੰਡਾ ਕਿ ਸਾਡੇ ਗੁਰੂਆਂ ਨੇ ਜੋ ਸਾਨੂੰ ਦੱਸਿਆ, ਜੋ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ, ਕਿਉਂਕਿ ਹੁਣ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਇੱਕੋ ਇੱਕ ਐਸਾ ਗੁਰੂ ਕਹਿ ਲਓ, ਧਰਮ ਕਹਿ ਲਓ, ਕੁਛ ਕਹਿ ਲਓ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ 6 ਗੁਰੂਆਂ ਦੀ ਬਾਣੀਆਂ, 30 ਮਹਾਂਪੁਰਸ਼ ਐਸੇ ਨੇ ਜਿਹੜੇ ਵੱਖੋ ਵੱਖਰੇ ਖਿੱਤਿਆਂ ਨਾਲ ਸੰਬੰਧਿਤ ਨੇ, ਵੱਖੋ ਵੱਖਰੇ ਧਰਮਾਂ ਨਾਲ ਸੰਬੰਧ ਨੇ। ਇੱਥੇ ਮੁਸਲਮਾਨ ਫਕੀਰ ਬਾਬਾ ਫਰੀਦ ਦੀ ਬਾਣੀ ਹੈ, ਉਹ ਵੀ ਗੁਰੂ ਗ੍ਰੰਥ ਸਾਹਿਬ 'ਚ ਹੈ। ਭਗਤ ਰਵਿਦਾਸ ਦੀ ਬਾਣੀ ਹੈ, ਜਿਹਨੂੰ ਅੱਜ ਲੋਕ ਦਲਿਤ ਕਹਿੰਦੇ ਆ। ਭਗਤ ਕਬੀਰ ਦੀ ਬਾਣੀ ਹੈ, ਜਿਹਨੂੰ ਬੈਕਵਰਡ ਕਹਿੰਦੇ ਆ। ਔਰ ਭਗਤ ਤਰਲੋਚਨ ਦੀ ਬਾਣੀ ਹੈ, ਜਿਹਨੂੰ ਪੰਡਤ ਕਹਿੰਦੇ ਆ। ਮੇਰਾ ਕਹਿਣ ਤੋਂ ਭਾਵ ਹੈ ਕਿ ਕੋਈ ਐਸਾ ਖਿੱਤਾ ਨਹੀਂ, ਕੋਈ ਐਸਾ ਧਰਮ ਨਹੀਂ ਜਿਨ੍ਹਾਂ ਦੀ ਬਾਣੀ ਉੱਥੇ ਮੌਜੂਦ ਨਹੀਂ ਹੈ। ਜੇ ਅਸੀਂ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਹੈ ਸਾਡਾ, ਤੇ ਉਹਦੇ 'ਚ ਸਾਡੇ 36 ਮਹਾਂਪੁਰਸ਼ਾਂ ਦੀ ਬਾਣੀ ਨੂੰ ਅਸੀਂ ਗੁਰੂ ਮੰਨਦੇ ਹਾਂ। ਇਸ ਕਰਕੇ ਉਹਨੂੰ ਪੰਥ ਕਿਹਾ ਜਾ ਸਕਦਾ। ਤੇ ਇਸ ਪੰਥ ਵਿੱਚ ਸਾਡੇ ਨਾਲ ਹਿੰਦੂ ਭਰਾ, ਮੁਸਲਮਾਨ ਵੀਰ, ਈਸਾਈ ਵੀਰ ਸਾਰੇ ਲੱਗੇ ਨੇ, ਸਾਰੇ ਧਰਮਾਂ ਦੇ ਲੋਕ ਵੀ ਲੱਗੇ ਨੇ। ਔਰ ਉਹਨਾਂ ਲਈ ਜਦੋਂ ਅਸੀਂ ਦੇਖਿਆ ਵੀ ਉਹਨਾਂ ਸੁਖਬੀਰ ਸਿੰਘ ਬਾਦਲ ਨੇ ਬਹੁਤ ਬਦਨਾਮ ਕਰਤਾ ਸ਼੍ਰੋਮਣੀ ਅਕਾਲੀ ਦਲ ਕਰਪਸ਼ਨ ਦੇ ਵਿੱਚ, ਤੇ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਬਾਈਬਲ ਕਲਾਂ ਦੇ ਕੇਸ ਹੁਣ ਤੱਕ ਯਾਦ ਆ ਕਿ ਦੁਨੀਆ ਗੁਰੂ ਗ੍ਰੰਥ ਸਾਹਿਬ ਦਾ ਜੋ ਬੇਅਦਬੀ ਹੋਈ ਉਹ ਅਸੀਂ ਭੁਲਾ ਨਹੀਂ ਸਕਦੇ। ਲੇਕਿਨ ਅੱਜ ਸ਼੍ਰੋਮਣੀ ਕਮੇਟੀ ਜੋ ਉਹਨਾਂ ਦੇ ਕੰਟਰੋਲ 'ਚ ਹੈ, ਉਹਦਾ 267 ਨਹੀਂ 384 ਕਿਹਾ, ਫਿਰ 584 ਕਿਹਾ। ਹੁਣ ਕਿਸੇ ਨੇ ਕਿਹਾ ਵੀ ਅਜੇ ਤਾਂ ਹੋਰ ਵੀ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦਾ ਪਤਾ ਹੀ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਹੈ ਜਿਹੜੀ ਉਹ ਸ਼੍ਰੋਮਣੀ ਕਮੇਟੀ ਇਕੱਲੀ ਕਰਦੀ ਹੈ। ਇਸ ਕਰਕੇ ਹਰੇਕ ਸਿੱਖ ਦੇ ਦਿਲ ਬਰੁੰਦੇ ਗਏ। ਔਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਦੇ ਇਕੱਲੇ ਸਿੱਖ ਨਹੀਂ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ, ਉਹਨਾਂ ਦੇ ਜੋ ਦਿਲ 'ਚ ਬਰੁੰਦੇ ਗਏ, ਉਹਦਾ ਕੋਈ ਜਵਾਬ ਨਹੀਂ ਦੇ ਸਕੇ ਅਜੇ ਤੱਕ। ਇਸ ਕਰਕੇ ਅੱਜ ਉਹਨਾਂ ਦੇ ਖਿਲਾਫ ਬਹੁਤ ਵੱਡੀ ਮੁਹਿੰਮ ਚੱਲੀ ਹੈ। ਇਹ ਨਹੀਂ ਹੈ ਕਿ ਸਾਡਾ ਕੋਈ ਦਿਲ ਕਰਦਾ ਸੀ ਕਿ ਉਹ ਪਾਰਟੀ ਜਿਹਦੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਹੋਣ, ਇੰਨਾ ਅਸੀਂ ਲੜੇ ਹੋਈਏ, ਤੇ ਉਹ ਤੋਂ ਅੱਡ ਹੋਣਾ, ਉਹਦਾ ਅੱਡ ਹੋਣਾ ਸਾਡੀ ਮਜਬੂਰੀ ਹੋ ਗਈ। ਬਹੁਤ ਲੰਮਾ ਸਮਾਂ ਜੇਲ੍ਹਾਂ ਕੱਟੀਆਂ, ਹੋਰ ਕੀਤੀਆਂ। ਇਸ ਕਰਕੇ ਅੱਜ ਜੋ ਵੀ ਸੱਚੀ ਸੁੱਚੀ ਸੋਚ ਦਾ ਮਾਲਕ ਹੈ ਸਾਡੇ ਨਾਲ ਰਲ ਰਿਹਾ। ਮੈਨੂੰ ਡਿੰਪਲ ਜੀ ਕਹਿੰਦੇ ਮੈਂ ਤੁਹਾਡੀ ਪਾਰਟੀ ਵਿੱਚ ਰਲ ਕੇ ਕਰੂੰਗਾ। ਹੁਣ ਤਾਂ ਮੇਰੇ ਦੋਸਤ ਪੁਰਾਣੇ ਨੇ, ਮੈਂ ਨਹੀਂ, ਮੇਰੇ ਸਾਰੇ ਸਾਥੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਵਿੱਚ ਰਲ ਕੇ ਤੁਹਾਡੇ ਨਾਲ ਮੋਢਾ ਲਾ ਕੇ ਅਸੀਂ ਜਦੋਜਹਿਦ ਕਰਾਂਗੇ। ਇਸ ਕਰਕੇ ਉਹਨਾਂ ਨੂੰ ਅਸੀਂ ਪਹਿਲਾਂ ਬਾਦਲ ਪਰਿਵਾਰ ਨੂੰ ਕਹਿ ਲਓ, ਬਾਦਲਾਂ ਦਾ ਜਿਹੜਾ ਅਕਾਲੀ ਦਲ ਕਹਾਉਂਦੇ ਆ, ਉਹ ਭਾਵੇਂ ਦਿੱਲੀ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਭਾਵੇਂ SGPC ਹੋਵੇ, ਉਹਨਾਂ ਨੂੰ ਬੁਰੀ ਤਰ੍ਹਾਂ ਹਰਾ ਕੇ ਕੱਢ ਕੇ ਉਸ ਤੋਂ ਬਾਅਦ ਉਹਨਾਂ ਤੋਂ ਹਿਸਾਬ ਕਿਤਾਬ ਮੰਗਾਂਗੇ। ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਅਸੀਂ ਹਿਸਾਬ ਕਿਤਾਬ ਮੰਗਾਂਗੇ। ਦੂਜੀ ਅਸੀਂ ਫੈਸਲਾ ਕੀਤਾ ਕਿ ਸ਼੍ਰੋਮਣੀ ਕਮੇਟੀ ਵਿੱਚ ਕੋਈ ਵੀ ਐਸਾ ਕੈਂਡੀਡੇਟ ਨਹੀਂ ਹੋਏਗਾ ਜਿਹੜਾ ਕੋਈ ਪੋਲੀਟੀਕਲ ਆਪਦੀ ਰੱਖਦਾ ਹੋਵੇ। ਅੱਗੇ ਕੀ ਹੈ, MLA ਵੀ ਉਹਨਾਂ ਵਿੱਚੋਂ, ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ, ਮੈਂਬਰ ਪਾਰਲੀਮੈਂਟ ਵੀ, ਉਹ ਸਾਰੇ ਉਹਦੇ ਵਿੱਚੋਂ ਆਉਂਦੇ ਨੇ। ਲੇਕਿਨ ਅੱਗੇ ਤੋਂ ਸਿਰਫ ਤੇ ਸਿਰਫ ਉਹ ਗੁਰਸਿੱਖ ਹੋਣਗੇ ਮੈਂਬਰ ਜਿਹੜੇ ਮੁੜ ਕੇ ਕੋਈ ਪੋਲੀਟੀਕਲ ਅਹੁਦਾ ਨਹੀਂ ਮੰਗਣਗੇ। ਬੋਲੇ ਸੋ ਨਿਹਾਲ। ਇਸ ਕਰਕੇ ਅਸੀਂ ਸੋਚਿਆ ਕਿ ਪਹਿਲਾਂ ਸ਼੍ਰੋਮਣੀ ਕਮੇਟੀ, ਫਿਰ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਫਿਰ ਸ਼੍ਰੋਮਣੀ ਕਮੇਟੀ, ਉਸ ਤੋਂ ਬਾਅਦ ਫਿਰ ਅਸੈਂਬਲੀ ਪਾਰਲੀਮੈਂਟ ਆਏਗੀ। ਇਸ ਕਰਕੇ ਤੁਸੀਂ ਮੈਨੂੰ ਬਹੁਤ ਵੱਡਾ, ਐਡਾ ਵੱਡਾ ਸਾਥ ਦਿੱਤਾ, ਐਡੀ ਵੱਡਾ ਹੌਸਲਾ ਅਫਜ਼ਾਈ ਕੀਤੀ ਹੈ। ਡਿੰਪਲ ਚੱਡੇ ਨੇ ਵੀ, ਉਹਨਾਂ ਦੇ ਸਾਰੇ ਸਾਥੀਆਂ ਨੇ। ਪਹਿਲਾਂ ਸਰਦਾਰ ਕੁਲਦੀਪ ਸਿੰਘ ਬੈਠੇ ਨੇ, ਆਏ ਹੁਣ ਲੇਟ ਆਏ ਨੇ ਸ਼ਾਇਦ,
ਉਹਨਾਂ ਨੇ ਵੀ ਇੱਥੇ ਮੈਂ ਉਹਨੂੰ ਉਦੋਂ ਤਾਂ 50 ਬੰਦਿਆਂ ਤੋਂ ਵੱਧ ਨਹੀਂ ਇਕੱਠੇ ਹੋ ਸਕਦੇ ਸੀ। ਮੈਂ ਉਹਨਾਂ ਨੂੰ ਕਿਹਾ 50 ਬੰਦੇ ਲੈ ਆਓ, ਆਪਾਂ ਆ ਜਾਓ, ਲੇਕਿਨ ਫਿਰ ਵੀ 100 ਆ ਗਿਆ। ਬੀਬੀਆਂ ਆ ਗਈਆਂ, ਨੌਜਵਾਨ ਆ ਗਏ, ਬਜ਼ੁਰਗ ਆ ਗਏ। ਉਹਨਾਂ ਨੇ ਪਹਿਲਾਂ ਜੁਆਇਨ ਕੀਤਾ, ਉਸ ਤੋਂ ਬਾਅਦ ਅਸੀਂ ਉੱਧਰ ਉਲਝ ਗਏ। ਤੇ ਉਸ ਤੋਂ ਬਾਅਦ ਡਿੰਪਲ ਜੀ ਨੇ ਕਿਹਾ ਆ ਬਨੀ ਜੀ ਬੈਠੇ ਨੇ, ਇਹ ਜੁਆਇਨ ਕੀਤੇ, ਇਹਨਾਂ ਨੇ ਪਾਰਟੀ ਦਾ ਝੰਡਾ ਚੱਕਿਆ ਔਰ ਇਸ ਕਰਕੇ ਅੱਜ ਤੁਸੀਂ ਆਏ ਹੋ। ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿਣਾ, ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਡਿੰਪਲ ਜੀ ਦਾ ਔਰ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਮੇਰੀ ਹੌਸਲਾ ਅਫਜ਼ਾਈ ਕੀਤੀ ਹੈ। ਮੇਰੀ ਨਹੀਂ, ਸਾਰੇ ਸਾਥੀਆਂ ਦੀ, ਸਾਰੀ ਪਾਰਟੀ ਦੀ ਹੌਸਲਾ ਅਫਜ਼ਾਈ ਕੀਤੀ ਹੈ। ਔਰ ਮੈਂ ਤੁਹਾਨੂੰ ਇਹ ਵੀ ਯਕੀਨ ਦਿਵਾਉਣਾ ਕਿ ਜਿੱਥੇ ਜਿੱਥੇ ਵੀ ਇੱਕ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ, ਅਗਰ ਕੋਈ ਕਿਤੇ ਆ ਕੇ ਕਰਪਸ਼ਨ ਕਰੇ, ਕੋਈ ਮਾੜੇ ਕੰਮ ਕਰੇ, ਉਹ ਜਿਹੇ ਕੈਂਡੀਡੇਟ ਅਸੀਂ ਨਹੀਂ ਲਿਆਵਾਂਗੇ। ਜੇ ਕੋਈ ਕਰੇਗਾ ਤਾਂ ਉਹਨੂੰ 1 ਮਿੰਟ ਹੀ ਉਹਦੇ ਬਾਹਰ ਕੱਢ ਕੇ ਬਾਹਰ ਮਾਰਾਂਗੇ। ਇਸ ਕਰਕੇ ਆਓ, ਆਪਾਂ ਧਰਮ ਦੇ ਨਾਂ 'ਤੇ, ਇਨਸਾਨੀਅਤ ਦੇ ਨਾਂ 'ਤੇ, ਸੋਸ਼ਲ ਕੰਮਾਂ ਦੇ ਨਾਂ 'ਤੇ ਇਕੱਠੇ ਹੋ ਕੇ ਆਪਾਂ ਕਰੀਏ। ਮੈਂ ਧੰਨਵਾਦ ਕਰਦਾ ਬਹੁਤ ਬਹੁਤ ਚੱਡਾ ਜੀ ਦਾ, ਡਿੰਪਲ ਜੀ ਦਾ, ਕਿ ਇਹਨਾਂ ਨੇ ਬੜੀ ਹਿੰਮਤ ਕਰਕੇ 2-3 ਦਿਨ ਪਹਿਲਾਂ ਹੀ ਫੈਸਲਾ ਹੋਇਆ ਤੇ ਤੁਹਾਨੂੰ ਸਾਰਿਆਂ ਨੂੰ ਤਕਲੀਫ ਵੀ ਦਿੱਤੀ ਔਰ ਤੁਸੀਂ ਸਾਰੇ ਏਡੀ ਵੱਡੀ ਤਾਦਾਦ ਵਿੱਚ ਆਏ ਹੋ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਜੀ ਆਇਆਂ ਕਹਿਣਾ ਔਰ ਤੁਹਾਨੂੰ ਯਕੀਨ ਦਿਵਾਉਣਾ ਕਿ ਪਾਰਟੀ ਵੱਲੋਂ ਤੁਹਾਡਾ ਪੂਰਾ ਮਾਨ ਸਤਿਕਾਰ ਹਰ ਹਾਲਾਤ ਨਾਲ ਰੱਖਿਆ ਜਾਏਗਾ। ਸੋ ਮੈਨੂੰ ਕਿਹਾ ਕਿ ਤੁਸੀਂ ਦਿੱਲੀ ਦੇ ਵਿੱਚ ਵੀ ਮਿਨਿਸਟਰ ਬਣੋਗੇ, ਪੰਜਾਬ ਦੇ ਵੀ ਬਣੋਗੇ। ਮੈਂ ਕੋਈ ਮੁੱਖ ਮੰਤਰੀ ਨਹੀਂ ਬਣਨਾ। ਮੈਂ ਕਿਹਾ ਕਿ ਕੋਈ ਇਲੈਕਸ਼ਨ ਨਹੀਂ ਲੜਨੀ, ਲੇਕਿਨ ਸਾਡੇ ਵਿੱਚੋਂ ਬਣਨਗੇ, ਕਿਉਂਕਿ ਅਸੀਂ ਸੱਚੀ ਸੁੱਚੀ ਅਗਰ ਲੈ ਕੇ ਚੱਲਾਂਗੇ ਤਾਂ ਪੰਜਾਬ ਤੇ ਦਿੱਲੀ ਵਿੱਚ ਵੀ ਸਾਡੇ ਬੰਦੇ ਬਣਨਗੇ। ਇਸ ਕਰਕੇ ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਇੰਨਾ ਮਾਨ ਸਤਿਕਾਰ ਦਿੱਤਾ, ਬਹੁਤ ਬਹੁਤ ਮਿਹਰਬਾਨੀ। ਮੈਂ ਪ੍ਰੈਸ ਵਾਲਿਆਂ ਦਾ, ਮੀਡੀਆ ਦਾ, ਭਾਵੇਂ ਇਲੈਕਟ੍ਰੋਨਿਕ ਮੀਡੀਆ, ਭਾਵੇਂ ਪ੍ਰਿੰਟ ਮੀਡੀਆ, ਤੁਸੀਂ ਆਏ ਹੋ ਬੜੀ ਦੇਰ ਤੇ, ਲੰਬੇ ਸਮੇਂ ਤੋਂ, ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਆ ਕੇ ਸਾਡੇ ਇਸ ਫੋਰਮ ਵਿੱਚ ਆਏ ਹੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਟ੍ਰੇਨਿੰਗ ਤੇ ਹੋਈ ਹੈ ਤੇ ਕੀ ਕਹਿਣਾ ਚਾਹੋਗੇ? ਦਿੱਲੀ ਦੇ ਕਿੰਨੇ ਇਲੈਕਸ਼ਨ ਲੜੋਗੇ? ਕਾਉਂਸਲਰ ਦੀਆਂ ਕਿੰਨੇ ਸੀਟਾਂ ਇਲੈਕਸ਼ਨ ਲੜੋਗੇ ਜਾਂ ਅਲਾਈਅੰਸ ਕਰੋਗੇ ਕਿਸੇ ਨਾਲ? ਨਹੀਂ, ਕਾਉਂਸਲਰ ਨਾਲ ਜਦੋਂ ਆਏਗੀ ਇਲੈਕਸ਼ਨ ਉਦੋਂ ਦੇਖਾਂਗੇ। ਜੇ ਕੋਈ ਚੰਗਾ ਸਾਨੂੰ ਮਿਲਦਾ, ਕੋਈ ਅਲਾਇੰਸ ਵੀ ਸਾਡਾ ਹੋ ਸਕਦਾ, ਇਹਦੀ ਕੋਈ ਦੁਆਰਾ ਨਹੀਂ, ਕਿਉਂਕਿ ਰਾਜਨੀਤੀ ਵਿੱਚ ਸਭ ਕੁਝ ਜਾਇਜ਼ ਹੈ। ਲੇਕਿਨ ਅੱਜ ਉਹਦੇ ਬਾਰੇ ਕਹਿਣਾ ਬੜਾ ਮੁਸ਼ਕਿਲ ਹੈ ਵੀ ਕਿਹਦੇ ਨਾਲ ਹੋਏਗਾ, ਪਰ ਅਲਾਇੰਸ ਸਾਡਾ ਹੋ ਸਕਦਾ। ਸਰ, ਅਕਾਲੀ ਦਲ ਡੈਮੋਕ੍ਰੈਟਿਕ ਅੱਗੇ ਆ ਰਹੀ ਹੈ ਤੇ ਅਕਾਲੀ ਦਲ ਬਾਦਲ ਪਾਰਟੀ ਹੈ ਜਿਹੜੀ, ਉਹਦਾ ਉਹ ਜਿਹਨੇ ਅਲਾਇੰਸ ਟੁੱਟਦੇ ਜਾ ਰਹੇ ਨੇ, ਕੀ ਕਹਿਣਾ ਚਾਹੋਗੇ? ਕੱਲ ਰਿਪਲੇਸਮੈਂਟ ਹੋ ਰਹੀ ਹੈ? ਨਹੀਂ, ਰਿਪਲੇਸਮੈਂਟ ਕੋਈ ਨਹੀਂ। ਅਸੀਂ ਤਾਂ ਉਹਨਾਂ ਦਾ ਦੇਖੋ ਜੋ ਕੁਛ ਉਹਨਾਂ ਨੇ ਕੀਤਾ ਹੈ, ਮੈਂ ਬੋਲਦੇ ਨੂੰ ਵੀ ਕਿਹਾ, ਕੋਈ ਵੀ ਨਹੀਂ ਸੋਚ ਸਕਦਾ ਜਿੱਦਾਂ ਸੁਖਬੀਰ ਬਣਿਆ ਉਹਨੇ, ਸਿਵਾਏ ਇਸ ਤੋਂ ਕਿ ਕੁਛ ਪੈਸੇ ਵਾਲੇ ਬੰਦਿਆਂ ਨੂੰ ਨਾਲ ਲਾ ਕੇ ਕੋਲ ਉਹਨਾਂ ਨੇ ਪੰਥਕ ਏਜੰਡਾ ਹੀ ਛੱਡਤਾ। ਉਹਨਾਂ ਨੇ ਕੋਈ ਵੀ ਐਸੀ ਗੱਲ ਨਹੀਂ ਕੀਤੀ ਜਿਹਨੂੰ ਅਸੀਂ ਕਹੀਏ ਵੀ ਕੋਈ ਸੋਚਿਆ। ਇਸ ਕਰਕੇ ਉਹਨਾਂ ਦੇ ਖਿਲਾਫ ਖੜੇ ਹੋਏ ਆ ਔਰ ਉਹਨਾਂ ਨੂੰ ਭਾਜ ਦੇਣੀ ਹੈ। ਇਹਦੇ 'ਚ ਮੈਂ ਤੁਹਾਨੂੰ ਇਹ ਕਹਿ ਸਕਦਾ, ਦੋਨੇ ਜਗ੍ਹਾ ਦੇ। ਸਰ, ਤੁਸੀਂ ਕਾਫੀ ਲੰਬੇ ਸਮੇਂ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਹੇ ਹੋ ਤੇ ਅੱਜ ਉਹਨਾਂ ਦੀ ਪਾਰਟੀ, ਦਿੱਲੀ ਜਿਹੜੀ ਪਾਰਟੀ ਹੈਗੀ, ਉਹਨਾਂ ਦੀ ਫੋਟੋ ਹਟਾਤੀ ਹੈ ਆਪਣੇ ਬੋਰਡਾਂ ਦੇ ਉੱਤੇ, ਫਿਰ ਪਾਰਟੀ ਸਿੰਬਲ ਨੂੰ ਯੂਜ਼ ਕਰ ਰਹੀ ਹੈ। ਕੀ ਕਹਿਣਾ ਚਾਹੋਗੇ? ਪਾਰਟੀ ਵੱਡੇ ਬਾਲ ਸਾਹਿਬ ਤੇ ਛੋਟੇ ਬਾਲ ਸਾਹਿਬ ਨੂੰ ਥੱਲੇ ਲਾ ਰਹੀ ਹੈ ਹੁਣ? ਨਹੀਂ, ਉਹ ਤੁਸੀਂ ਆਪ ਸੋਚ ਸਕਦੇ ਹੋ ਕਿ ਉਹਨਾਂ ਦੀ ਪਾਰਟੀ ਉਹਨਾਂ ਦੇ ਫੋਟੋਆਂ ਲਾ ਰਹੀ, ਹੋਰ ਤਾਂ ਕਿਹਨੇ ਲਾਉਣਾ ਹੈ? ਜੇ ਉਹਨਾਂ ਦੀ ਪਾਰਟੀ ਉਹਨਾਂ ਨਹੀਂ, ਇਹਦਾ ਮਤਲਬ ਉਹਨਾਂ ਦਾ ਡਾਊਨਫਾਲ ਆ ਗਿਆ। ਉਹ ਤਾਂ ਗਏ, ਉਹ ਤੋਂ ਨਜ਼ਰ ਆਉਂਦਾ ਕਿ ਉਹਦੀ ਪਾਰਟੀ ਨਹੀਂ ਮੰਨਣ ਨੂੰ ਤਿਆਰ। ਲਾਸਟ ਸਵਾਲ ਹੈਗਾ, ਡਿੰਪਲ ਚੱਡਾ ਜੀ ਹੁਣ ਤੁਹਾਡੀ ਪਾਰਟੀ ਜੁਆਇਨ ਕਰ ਗਏ ਨੇ, ਪੂਰ ਕਾਉਂਸਲਰ ਰਹੇ ਨੇ ਅਕਾਲੀ ਦਲ ਬਾਦਲ ਪਾਰਟੀ ਦੇ ਹੋਏ, ਹੁਣ ਪਾਰਟੀ ਨੂੰ ਕਿੰਨਾ ਕੁ ਸਟਰੋਂਗਨੈਸ ਮਿਲੇਗੀ, ਕਿੰਨਾ ਮਜ਼ਬੂਤ ਹੋਏਗੀ ਪਾਰਟੀ? ਦੇਖੋ, ਡਿੰਪਲ ਚੱਡਾ ਜੀ ਬੈਠੇ ਨੇ, ਇਹਨਾਂ ਨੇ ਇੱਥੇ ਵੀ ਤੁਸੀਂ ਜਾਣਦੇ ਹੋ ਅਸਰ ਬਹੁਤ ਬੜਾ ਇਹਨਾਂ ਦਾ ਅੱਜ ਲੋਕੀ ਵੀ ਆ ਗਏ, ਉਹਨਾਂ ਨੇ ਵੀ ਦੱਸਿਆ। ਅਤੇ ਇਸ ਤੋਂ ਇਲਾਵਾ ਪੰਜਾਬ 'ਚ ਇਹਨਾਂ ਦਾ ਬੜਾ ਅਸਰ ਹੈ, ਕਿਉਂਕਿ ਮੋਗੇ ਦੇ ਰਹਿਣ ਵਾਲੇ ਨੇ, ਪੁਰਾਣੇ ਮੋਗੇ, ਔਰ ਉਸ ਏਰੀਏ 'ਚ ਬਹੁਤ ਵੱਡਾ ਸਾਨੂੰ ਇਹਨਾਂ ਦੇ ਆਉਣ ਨਾਲ ਬੜੀ ਵੱਡੀ ਤਾਕਤ ਮਿਲੇਗੀ। ਇਸ ਕਰਕੇ ਪੰਜਾਬ ਤੇ ਦਿੱਲੀ ਵਿੱਚ ਦੋਨਾਂ ਵਿੱਚ ਜੋ ਹੋਏਗੀ। ਦਿੱਲੀ ਕਮੇਟੀ ਦੇ ਇਲੈਕਸ਼ਨਾਂ ਦੇ ਵਿੱਚ ਕੀ ਰੋਲ ਰਹੇਗਾ ਆਪ ਜੀ ਦੀ ਪਾਰਟੀ ਦਾ? ਅਸੀਂ ਸਾਰਿਆਂ ਨੂੰ ਇਕੱਠੇ ਕਰ ਰਹੇ ਹਾਂ। ਲੇਕਿਨ ਇਹ ਕਿਹਾ ਜਾਂਦਾ ਹੈ ਕਿ ਦਿੱਲੀ ਦੇ ਵਿੱਚ ਦਿੱਲੀ ਦਾ ਨੇਤਾ ਹੋਣਾ ਚਾਹੀਦਾ, ਪੰਜਾਬ ਵਾਲੇ ਨਹੀਂ ਆਉਣੇ ਚਾਹੀਦੇ, ਕਿਉਂਕਿ ਪਹਿਲੇ ਵੀ ਪੰਜਾਬ ਵਾਲੇ ਆਉਂਦੇ ਰਹੇ ਨੇ। ਉਹ ਇੱਕ ਜ਼ਰੂਰ ਚਰਚਾ ਦਾ ਵਿਸ਼ੇ ਬਣਿਆ ਰਹਿੰਦਾ ਹੈ।
ਉਸ ਬਾਰੇ ਆਪ ਜੀ ਕੀ ਕਹੋ? ਅਸੀਂ ਕੋਈ ਪੰਜਾਬ ਦਾ ਨੇਤਾ ਨਹੀਂ ਲਿਆਉਣਾ ਇੱਥੇ। ਰੋਲ ਹੀ ਦਿੱਲੀ ਦੇ ਨੇਤਾ ਹੋਣਗੇ ਜਿਹੜੇ ਵੀ ਹੋਣਗੇ। ਸਾਡੇ ਵੱਲੋਂ ਕੋਈ ਪੰਜਾਬ ਦਾ ਨੇਤਾ ਇੱਥੇ ਨਹੀਂ ਆਏਗਾ। ਅਸੀਂ ਇੰਨਾ ਕਹਿ ਸਕਦੇ ਹਾਂ ਵੀ ਅਸੀਂ ਜਿਹੜੇ ਕਰਪਸ਼ਨ ਹੋਈ, ਚਾਹੇ GPC ਹੈ ਚਾਹੇ ਦਿੱਲੀ ਕਮੇਟੀ ਹੈ, ਅਸੀਂ ਉਹਦਾ ਪੂਰਾ ਜਿੱਦਣ ਸਾਡੇ ਕੋਲ ਕੰਟਰੋਲ ਆ ਗਿਆ ਉਹਦੇ 'ਚ ਪੂਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਂਗੇ। ਕੋਈ ਵੀ ਕਿਸੇ ਨੇ ਵੀ ਕੀਤੀ ਹੈ। ਥੈਂਕ ਯੂ ਵੈਰੀ ਮਚ, ਤੁਹਾਡਾ ਧੰਨਵਾਦ ਸਾਰਿਆਂ ਦਾ। ਬੋਲੇ ਸੋਨਿਆ ਸਾਰੇ ਖੜ ਕੇ ਕੱਲ ਡੈਮੋਕ੍ਰੈਟਿਕ 'ਚ ਆਏ ਹੋ, ਕੀ ਫਰਕ ਹੈਗਾ ਤੇ ਕਿਉਂ ਆਏ ਹੋ? ਦੇਖੋ ਜੀ 12 ਸਾਲ ਅਸੀਂ ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਰਿਹਾ ਵਾਂ। ਉਹਨਾਂ ਦੇ ਹੁਣ ਜਿਹੜੇ ਵਿਚਾਰ ਨੇ ਉਹ ਜਿਹੜੀ ਪਾਰਟੀ ਜਿਵੇਂ ਚੱਲ ਰਹੀ ਹੈ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਨ ਦੇਣਾ ਵਾ। ਮੈਨੂੰ MLA ਲਈ ਉਹਨਾਂ ਨੇ ਕਹਿਤਾ ਪਾਰਟੀ ਨੇ ਤੁਸੀਂ ਲੜ ਰਹੇ ਹੋ। BJP ਨਾਲ 1 ਘੰਟਾ ਪਹਿਲੇ ਇਹਨਾਂ ਦਾ ਅਲਾਇੰਸ ਟੁੱਟ ਗਿਆ ਤੇ ਮੈਨੂੰ ਕਹਿੰਦਾ ਜੀ ਤਕੜੀ ਤੋਂ ਲੜ ਲਓਗੇ? ਮੈਂ ਕਿਹਾ ਜੀ ਜ਼ਰੂਰ ਲੜ ਲਾਂਗੇ। ਮੈਂ ਉੱਥੇ ਫਾਰਮ ਭਰਨ ਲੱਗ ਗਿਆ। ਡਿਸੀਜਨ ਦੇਖੋ ਕਿਵੇਂ ਚੇਂਜ ਕਰਦੇ ਨੇ। ਮੈਂ ਫਾਰਮ ਭਰਨ ਲੱਗ ਗਿਆ ਤੇ ਮੈਨੂੰ ਅੱਧੇ ਘंटे बाद फिर फोन आ गया कि तुसी घर चले जाओ, तकड़ी भी नहीं लड़ोगे। मतलब ये पार्टी के डिसीजन होते हैं क्या? मैं आज अपने इलाके 700-800 लोगों को कह बैठा उसी टाइम ही भाई तैयार हो जाओ, तकड़ी से लड़ना है। और उस तो बाद अद्धे घंटे बाद डिसीजन लेंदे ने घर च बह के बेडरूम च बह के कि असी नहीं लड़ना। भाई क्यों नहीं लड़ना जब असी लड़न नूं तैयार हाँ, क्यों नहीं लड़ना? और दूजी गल, यह पार्टी जी शिरोमणी अकाली दल पार्टी नहीं रही, यह सिरसा अकाली दल पार्टी बन चुकी। क्योंकि ਤੁਸੀਂ ਦੇਖੋ ਇਹ ਕਰਪਸ਼ਨ ਦੇ ਰੋਪ ਲਗਾਉਂਦੇ ਨੇ ਮਨਜੀਤ ਤੇ। ਚਲੋ ਮਨਜੀਤ ਸਾਡੀ ਪਾਰਟੀ 'ਚ ਨਹੀਂ ਹੈ ਤੇ ਜਨਰਲ ਸਕੱਤਰ ਤੇ ਇਹ ਵੀ ਹੈਗਾ ਸੀ, ਅਗਰ ਉਹ ਪ੍ਰਧਾਨ ਸੀ ਤੇ 2 ਬੰਦਿਆਂ ਦੇ ਹੀ ਸਾਈਨ ਹੁੰਦੇ ਨੇ। ਤੇ ਸਿੱਧੀ ਜੀ ਗੱਲ ਹੈ ਜੀ, ਅਸੀਂ ਹੁਣ ਕਿਸੇ ਦੇ ਬਾਰੇ 'ਚ ਕੋਈ ਕਮੈਂਟ ਨਹੀਂ ਕਰਨਾ ਚਾਹਾਂਗੇ। ਅਸੀਂ ਹੁਣ ਆਪਣੀ ਪਾਰਟੀ ਨੂੰ ਵਧਾਉਣਾ ਹੈ, ਸਦੱਸਤਾ ਅਭਿਆਨ ਕਰਨਾ ਹੈ ਪੰਜਾਬ 'ਚ ਵੀ ਦਿੱਲੀ 'ਚ ਵੀ, ਔਰ ਆਪਣੀ ਪਾਰਟੀ ਦਾ ਝੰਡਾ ਬੁਲੰਦ ਕਰਨਾ ਹੈ। ਔਰ ਵਰਕਰਾਂ ਨੂੰ ਅਸੀਂ ਟਿਕਟਾਂ ਦੇਣੀਆਂ ਨੇ। ਜਿਹੜਾ ਬੰਦਾ ਕੰਮ ਕਰੇਗਾ ਉਹਨੂੰ ਟਿਕਟ ਦੇਣੀ ਹੈ। ਇਹ ਨਹੀਂ ਦੇਖਣਾ ਪਰਿਵਾਰ ਦਾ ਮੈਂਬਰ ਹੈ, ਇਹ ਨਹੀਂ ਦੇਖਣਾ ਉਹ ਰਈਸ ਆਦਮੀ ਹੈ। ਸਿਰਫ ਜਿਹੜਾ ਕੰਮ ਕਰੇਗਾ ਜ਼ਮੀਨੀ ਲੈਵਲ ਤੇ। ਅਸੀਂ ਉਹਨਾਂ ਪਾਰਟੀ ਦਾ ਦਿੱਲੀ ਪੰਜਾਬ 'ਚ ਪੂਰਾ ਵਿਸਤਾਰ ਕਰਾਂਗੇ। ਢੀਂਡਸਾ ਜੀ ਦੇ ਨਾਲ ਕੰਧੇ ਦੇ ਨਾਲ ਕੰਧਾ ਮਿਲਾ ਕੇ ਚੱਲਾਂਗੇ। ਔਰ ਪੂਰਾ ਅਸੀਂ ਆਸ਼ਵਾਸਨ ਦਿੱਤਾ ਇਹਨਾਂ ਨੂੰ ਆਪਣੇ ਵਰਕਰਾਂ ਦੇ ਨਾਲ, ਅਸੀਂ ਪੂਰਾ ਪਾਰਟੀ ਦਾ ਪ੍ਰਚਾਰ ਘਰ ਘਰ ਗਲੀ ਗਲੀ ਮੁਹੱਲੇ ਮੁਹੱਲੇ ਤੱਕਨ ਕਰਾਂਗੇ। ਇੱਕ ਮੈਂ ਬੇਨਤੀ ਕਰਦਿਆਂ ਵੀ ਸਾਨੂੰ ਜਿਹੜਾ ਜੰਮੂ ਦਾ ਯੂਨਿਟ ਹੈ ਉਹਨੇ ਅਕਾਲੀ ਦਲ ਦੇ ਉਹ ਸਾਡੇ ਨਾਲ ਜੁਆਇਨ ਕਰ ਗਿਆ। ਦਿੱਲੀ 'ਚ ਪਹਿਲਾਂ ਇਹ ਕੁਲਦੀਪ ਹੋਰਾਂ ਨੇ ਆਏ ਤੇ ਹੁਣ ਇਹ ਆ ਗਏ ਤੇ ਹੋਰ ਵੀ ਬਹੁਤ ਲੋਕੀ ਤਿਆਰ ਨੇ। ਤੇ ਬਨੀ ਜੀ ਆਏ, ਉਹ ਆ ਰਹੇ ਨੇ। ਨੰਬਰ 2 ਹਰਿਆਣੇ 'ਚ ਉਹਨਾਂ ਨੇ ਕਿਹਾ ਵੀ ਸਾਨੂੰ ਟਾਈਮ ਦਿਓ, ਅਸੀਂ ਸਾਰੇ ਦੇ ਸਾਰੇ ਤੁਹਾਡੇ ਨਾਲ ਮਿਲਣ ਨੂੰ ਤਿਆਰ ਆ। ਦਿੱਲੀ ਹੋ ਗਿਆ, ਹਰਿਆਣਾ ਹੋ ਗਿਆ, ਜੰਮੂ ਕਸ਼ਮੀਰ ਹੋ ਗਿਆ ਤੇ ਇਸੇ ਤਰ੍ਹਾਂ ਬਾਕੀ ਸੂਬਿਆਂ ਵਿੱਚ ਵੀ ਅਸੀਂ ਆਪਣਾ ਜਾਵਾਂਗੇ ਤੇ ਫੋਰਨ ਕੰਟਰੀ ਵਿੱਚ ਵੀ। ਉੱਥੋਂ ਬੜੇ ਸਾਨੂੰ ਟੈਲੀਫੋਨ ਆਉਂਦੇ ਨੇ ਬਾਹਰਲੇ ਕੰਟਰੀ 'ਚੋਂ NRI ਦੇ ਕਿ ਇੱਥੇ ਦੱਸੋ ਕੌਣ ਕਿਹਨੂੰ ਬਣਾਓਗੇ, ਤੁਸੀਂ ਆ ਕੇ ਸਾਡੇ ਇੱਥੇ ਯੂਨਿਟ ਬਣਾ ਕੇ ਜਾਓ। ਲੇਕਿਨ ਉਹ ਅਜੇ ਜਾਵਾਂਗੇ ਕੋਵਿਡ ਵਾਲਾ ਕਰੋਨਾ ਵਾਲਾ ਜਿੰਨਾ ਚਿਰ ਜਹਾਜ਼ ਵੀ ਨਹੀਂ ਚੱਲ ਰਹੇ ਉਹ ਤਾਂ ਬਾਅਦ 'ਚ ਕਰਾਂਗੇ। ਪਰ ਅਜੇ ਅਸੀਂ ਆ ਸਟੇਟਾਂ 'ਚ ਸਾਰੇ ਹੁਣ ਕਲਕੱਤੇ ਵੀ ਜਾ ਰਹੇ ਹਾਂ, ਉੱਥੇ ਵੀ ਕਰਾਂਗੇ, ਬੰਬੇ ਵੀ ਯੂਨਿਟ ਬਣਾਵਾਂਗੇ। ਕਹਿਣ ਦੀ ਮੁੱਖ ਦੀ ਗੱਲ ਹੈਗੀ ਕਿ ਅਕਾਲੀ ਦਲ ਬਾਦਲ ਨੂੰ ਹੁਣ ਥਲ ਬਣ ਆਏ ਹੋ ਤੇ ਸਾਰੇ ਉਹਦੇ ਪਾਰਟੀ ਦੇ ਬੰਦੇ ਟੁੱਟ ਕੇ ਡੈਮੋਕ੍ਰੈਟਿਕ ਜਾ ਰਹੇ ਨੇ। ਅਕਾਲੀ ਦਲ ਤਾਂ ਹੁਣ ਬਾਦਲ ਪਰਿਵਾਰ ਹੀ ਰਹਿ ਗਿਆ, ਹੋਰ ਕੋਈ ਅਕਾਲੀ ਦਲ ਨਹੀਂ। ਸਾਨੂੰ ਕਰਪਸ਼ਨ ਦਾ ਚਾਰ ਲੱਗਿਆ ਸੀ। ਮੈਂ ਪੂਰਾ CBI ਦੀ ਅਦਾਲਤ 'ਚ ਟ੍ਰਾਇਲ ਭੁਗਤਿਆ ਹੈ। ਮੈਨੂੰ ਕਲੀਨ ਚਿੱਟ ਦਿੱਤੀ ਗਈ ਹੈ। ਮੈਨੂੰ ਪੂਰਾ ਪਾਰਦਰਸ਼ੀ ਨਾਲ ਟ੍ਰਾਇਲ ਹੋਇਆ ਤੇ ਮੈਨੂੰ ਕਲੀਨ ਚਿੱਟ ਮਿਲੀ ਹੈ, ਜਿਹਦੀ ਮੈਂ ਪ੍ਰੈਸ ਕਾਨਫਰੰਸ ਅੱਜ ਤੋਂ 3 ਸਾਲ ਪਹਿਲੇ ਕੀਤੀ ਸੀ ਪ੍ਰੈਸ ਕਲੱਬ ਆਫ ਇੰਡੀਆ 'ਚ। ਸਾਰੇ ਸਾਥੀ ਹੈਗੇ ਸੀ। ਮੈਨੂੰ ਕਲੀਨ ਚਿੱਟ ਮਿਲੀ ਹੈ। ਮੇਰੇ ਤੇ ਗਲਤ ਐਲੀਗੇਸ਼ਨ ਲੱਗੇ ਸੀ। ਰਾਜਨੀਤੀ ਦੇ ਚੱਕਰ 'ਚ ਮੇਰਾ ਗ੍ਰਾਫ ਇੰਨਾ ਵੱਧ ਰਿਹਾ ਸੀ ਕਿਉਂਕਿ ਅਗਰ ਮੈਂ MLA ਦੇ ਦਾਅਵੇਦਾਰ ਬਣ ਗਿਆ ਸੀ। ਇਹ 3-4 ਪਾਰਟੀਆਂ ਦੇ ਬੰਦੇ ਇਕੱਠੇ ਹੋ ਕੇ ਇਹਨਾਂ ਨੇ ਮੇਰਾ ਖਿਲਾਫ ਕੀਤਾ। ਇਹ ਸਾਰੀ ਜਨਤਾ ਬੈਠੀ ਹੈ।
ਇਹਨਾਂ ਨੇ ਮੈਨੂੰ ਫਸਾਇਆ, ਮੇਰੇ ਪੀਏ ਨੂੰ ਫਸਾਇਆ ਤਾਂ ਕਿ ਹੁਣ ਤੇ ਪਾਰਦਰਸ਼ੀ ਹੋ ਕੇ ਨਿਕਲਿਆ ਮੈਂ। ਬਿਲਕੁਲ ਮੈਨੂੰ ਕਲੀਨ ਚਿੱਟ ਮਿਲੀ ਹੈ। ਸਾਜ਼ਿਸ਼ ਸਾਰੀ ਪਾਰਟੀਆਂ ਨੇ, ਜਿਨ੍ਹਾਂ ਦੇ ਵੈਸਟ ਦਿੱਲੀ 'ਚ ਚਲਦੀ ਨਹੀਂ ਪਈ ਸੀ ਉਹਨਾਂ ਨੂੰ ਲੱਗਿਆ ਲੀਡਰ ਬੜਾ ਤਗੜਾ ਅੱਗੇ ਨਿਕਲ ਜਾਣਾ ਹੈ, ਇਹ ਕੰਮ ਕਰੀ ਜਾ ਰਿਹਾ ਹੈ। ਇੰਨਾ ਪੈਸੇ ਵਾਲਾ ਬੰਦਾ ਕਿੱਥੋਂ ਨਾਮ ਲਾਂਗੇ, ਤੁਹਾਨੂੰ ਟਾਈਮ ਆ ਕੇ ਨਾਮ ਵੀ ਦੱਸਾਂਗੇ, ਚਿੰਤਾ ਨਾ ਕਰੋ। ਪਹਿਲੇ ਇਹਨਾਂ ਨੂੰ 2-3 ਜਗ੍ਹਾ ਤੋਂ ਭਜਾਈਏ, ਫਿਰ ਨਾਮ ਵੀ ਦੱਸਾਂਗੇ। ਇੱਕ ਤੁਹਾਨੂੰ ਹੋਰ ਅਪੀਲ ਕਰਨੀ ਹੈ। ਅਰੇ ਸਬਜ਼ੀ ਰੇੜੀ ਵਾਲੇ ਦੱਸੋ ਜੀ। ਅਰੇ ਹਾਂ, ਇਹ ਯਾਦ ਪਤਾ ਕਿਉਂ ਕਰਦੇ ਨੇ? ਇਹਨਾਂ ਨੂੰ ਰੁਪਈਆ ਨਹੀਂ ਦੇਣਾ ਪੈਂਦਾ ਸੀ ਮੇਰੇ ਰਾਜ 'ਚ। ਹੈਲੋ ਦਿਓਲ ਸਾਹਿਬ ਸੁਣੋ, ਪਹਿਲੇ ਮੈਂ ਤਾਂ ਬੁਲਾਏ ਹੋਏ ਨੇ। ਹੈਲੋ ਵਾਲੇ ਸਬਜ਼ੀ ਵਾਲੇ ਨੇ ਸਾਰੀ ਪਾਰਕਾਂ ਦੇ ਜਿਹੜੇ ਕਬਜ਼ੇ ਸੀ ਜਿਹੜੇ परिवार वो सारे खाली कराए दियोल साहब। 25 साल में इतनी पार्क किसने खाली कराई? विष्णु गार्डन शाला नाम MBS नगर सी और हुन ओदा चेंज हो गया नाम, ओदा केशवपुर रह गया नाम। पहला MBS नगर सी, हुन केशवपुर हो गया नाम। 12S हो गया, पहले 13S सी। अच्छा, एक बेनती होर करनी है सारे तुहानू प्रेस प्लीज, मैं भुल गया सी। असी 13 ਦਸੰਬਰ ਨੂੰ ਇਹਦੇ ਸ਼ਹਿਰੀ ਮੋਗੇ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾ ਇਤਿਹਾਸ ਜਿਹੜਾ ਉਹਦਾ ਜਨਮ ਮਨਾਉਣ ਲਈ 13 ਤਾਰੀਖ ਨੂੰ ਵੱਡਾ ਇਕੱਠ ਕਰ ਰਹੇ ਹਾਂ। ਇਸ ਕਰਕੇ ਦਿੱਲੀ ਵਾਲਿਆਂ ਨੂੰ ਅਪੀਲ ਵੀ ਹੈ ਕਿ ਉਹ ਵੀ ਵੱਧ ਤੋਂ ਵੱਧ ਉੱਤੇ ਪਹੁੰਚਣ, ਕਿਉਂਕਿ ਉਹ ਸਾਰੇ ਪੰਜਾਬ 'ਚੋਂ ਨਹੀਂ ਇਕੱਲੇ ਬਾਹਰ ਵੀ ਲੋਕਾਂ ਨੂੰ ਅਸੀਂ ਬੁਲਾ ਰਹੇ ਹਾਂ ਤਾਂ ਕਿ ਨੈਸ਼ਨਲ ਲੈਵਲ ਤੇ ਉਹਨੂੰ ਮਨਾਇਆ ਜਾ ਸਕੇ। ਕਿੱਥੇ ਮੋਗੇ ਜੀ 13 ਦਸੰਬਰ ਨੂੰ ਦਾਣਾ ਮੰਡੀ ਕੋਈ ਨਹੀਂ, ਤੁਹਾਨੂੰ ਵੀ ਕਮਰਾ ਦਾਂਗੇ, ਆਓ ਦਿਓ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।